ਸਤਿ ਸ਼੍ਰੀ ਅਕਾਲ ਜੀ। ਦੇਸ਼ ਪ੍ਰਦੇਸ਼ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਅੱਜ ਦਾ ਸ਼ੋਅ ਬਹੁਤ ਹੀ ਖਾਸ ਰਹੇਗਾ ਉਹਨਾਂ ਲਈ ਜਿਹੜੇ ਕੈਨੇਡਾ ਜਾ ਕੇ ਪੜ੍ਹਨਾ ਚਾਹੁੰਦੇ ਨੇ, ਜਿਹੜੇ ਆਸਟ੍ਰੇਲੀਆ ਜਾ ਕੇ ਪੜ੍ਹਨਾ ਚਾਹੁੰਦੇ ਨੇ। ਅੱਜ ਗੱਲਬਾਤ ਜ਼ਿਆਦਾ ਕੈਨੇਡਾ ਤੇ ਆਸਟ੍ਰੇਲੀਆ ਤੇ ਰੱਖਾਂਗੇ। ਗੱਲ ਯੂਕੇ ਨੂੰ ਲੈ ਕੇ ਵੀ ਤੁਸੀਂ ਕਰਨਾ ਚਾਹੁੰਦੇ ਹੋ ਜ਼ਰੂਰ ਕਰ ਸਕਦੇ ਹੋ, ਨੰਬਰ ਚੱਲ ਰਹੇ ਨੇ ਉੱਤੇ ਕਾਲ ਕਰਕੇ। ਗੱਲਬਾਤ ਕੈਨੇਡਾ ਆਸਟ੍ਰੇਲੀਆ ਲਈ ਇਸ ਲਈ ਕਿਉਂਕਿ ਵੀਜ਼ਾ ਜਾਂ AIP ਦੀ ਗੱਲ ਕਰੀਏ, ਬੜੇ ਵਧੀਆ ਸਕਸੈਸ ਆ ਰਹੇ ਆ, ਬੱਚਿਆਂ ਦੀ ਰੁਝਾਨ ਵੀ ਜ਼ਿਆਦਾ ਉੱਧਰਲੇ ਪਾਸੇ ਜ਼ਿਆਦਾ ਦੇਖਣ ਨੂੰ ਮਿਲ ਰਹੇ ਨੇ। ਕੈਨੇਡਾ ਨੇ ਕਿਊਬੈਕ ਦੇ ਕਾਲਜਿਸ ਲਿਸਟ 'ਚੋਂ ਬਾਹਰ ਕਰ ਦਿੱਤੇ, CAQ ਆਉਣੇ ਸ਼ੁਰੂ ਹੋ ਗਏ, ਇਹ ਤਾਂ ਖੁਸ਼ਖਬਰੀ ਹੋਈ। ਬਟ PPR ਰਿਕੁਐਸਟ ਨਹੀਂ ਆ ਰਹੀ, ਬਾਇਓਮੈਟ੍ਰਿਕਸ ਨੂੰ ਬਹੁਤ ਚਿਰ ਹੋ ਗਏ, ਬੜੀ ਜਲਦੀ ਕਲਾਸਿਸ ਸ਼ੁਰੂ ਹੋਣ ਵਾਲੀਆਂ, ਹਾਲੇ ਤੱਕ ਰਿਜ਼ਲਟ ਕੋਈ ਨਹੀਂ ਆਇਆ। ਬਹੁਤ ਤਰ੍ਹਾਂ ਦੀ ਕਨਫਿਊਜ਼ਨ ਸਾਡੇ ਤੱਕ ਪਹੁੰਚੀਆਂ ਨੇ। ਅੱਜ ਉਹਨਾਂ ਸਾਰੀਆਂ ਕਨਫਿਊਜ਼ਨਸ ਨੂੰ ਲੈ ਕੇ ਗੱਲ ਕਰਾਂਗੇ, ਨਾਲ ਨਾਲ ਤੁਹਾਡੇ ਸਵਾਲ ਵੀ ਲਵਾਂਗੇ। ਤੁਸੀਂ ਕਾਲ ਕਰ ਸਕਦੇ ਹੋ ਉਸ ਨੰਬਰ 'ਤੇ ਜਿਹੜਾ ਸਕਰੀਨ 'ਤੇ ਚੱਲ ਰਿਹਾ। ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਣਗੇ ਸੈਟਲੀਆਂ ਬਰੋਡ ਤੋਂ ਗੌਰਵ ਤਲਵਾਰ ਜੀ। ਗੌਰਵ ਜੀ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ। ਭਾਜੀ ਕਾਲਸ ਆਉਣੀਆਂ ਸ਼ੁਰੂ ਹੋ ਗਈਆਂ, ਬਟ ਕਾਲ ਥੋੜ੍ਹਾ ਜਿਹਾ ਰੁਕ ਕੇ ਲੈਂਦੇ ਹਾਂ। ਮੈਂ ਜਾਣਨਾ ਚਾਹੁੰਦਾ ਪਹਿਲੇ ਕੈਨੇਡਾ ਦਾ ਸਿਨੈਰੀਓ ਕਿਵੇਂ, ਕਿਊਬੈਕ ਜਾਂ ਬਾਕੀ ਕੈਨੇਡਾ ਇਸ ਟਾਈਮ ਕੀ ਅਪਡੇਟਸ ਨੇ? ਦੇਖੋ, ਇਸ ਸਮੇਂ AIPs ਦੁਬਾਰਾ ਆਉਣੀਆਂ ਸ਼ੁਰੂ ਹੋ ਗਈਆਂ, ਤਾਂ ਇਹਦੇ ਲਈ ਬਿਲਕੁਲ ਕਲੀਅਰ ਹੈ ਕਿ ਜਦੋਂ ਤੁਹਾਡੀ AIP ਆ ਗਈ, AIP ਤੋਂ ਬਾਅਦ ਤੁਸੀਂ ਸਟਾਰਟ ਕਰ ਦਿਓ ਆਪਣਾ ਕੋਰਸ, ਆਪਣੀ ਕਲਾਸਿਸ। ਐਕਸਟੈਂਸ਼ਨ ਵੱਲ ਬਾਲਾ ਮੂਵ ਹੋਣ ਦਾ ਬੈਨੀਫਿਟ ਨਹੀਂ ਹੈ, ਕਿਉਂਕਿ ਬਹੁਤ ਜ਼ਿਆਦਾ ਐਕਸਟੈਂਸ਼ਨਸ ਵੀ ਵਾਇਓਲੇਸ਼ਨ ਮੰਨੀ ਜਾਂਦੀ ਹੈ, ਫਿਰ ਤੁਹਾਡੇ ਵੀਜ਼ਾਸ ਦੇ ਵਿੱਚ ਡਿਲੇ ਆ ਜਾਏਗਾ। PPR ਵੀ ਆ ਰਹੀਆਂ ਨੇ, ਬਟ ਬਹੁਤ ਜ਼ਿਆਦਾ ਡਿਲੇ ਹੈ। ਉਹਦਾ ਪ੍ਰੋਬਲਮ ਇਹ ਆ ਰਹੀ ਹੈ ਕਿ ਬਹੁਤ ਸਾਰੇ ਬੱਚਿਆਂ ਨੂੰ ਤਾਂ 2 ਵਾਰ ਬਾਇਓਮੈਟ੍ਰਿਕ ਰਿਕੁਐਸਟ ਆ ਗਈ, ਕਈਆਂ ਨੂੰ 1 ਵਾਰ ਵੀ ਨਹੀਂ ਆ ਰਹੀ। ਤਾਂ ਮੈਨੇਜ ਹੁੰਦੇ ਕਲੈਰੀਕਲ ਮਿਸਟੇਕ ਕਰਕੇ ਬਿਲਕੁਲ ਪ੍ਰੋਪਰ ਕਲੈਰੀਕਲ, ਕਿਉਂਕਿ VFS ਦੇ ਰਿਹਾ ਤਾਂ ਕਿਸੇ ਨੂੰ ਤਾਂ 2 ਵਾਰ ਦੇਤਾ। ਅਪਡੇਟ ਵੀ ਆ ਰਿਹਾ ਕਿ ਹਾਈ ਕਮਿਸ਼ਨ ਵਿੱਚ ਅਪਡੇਟ ਹੋ ਗਏ, ਫਿਰ ਵੀ ਰਿਕੁਐਸਟ ਆ ਗਈ ਦੁਬਾਰਾ। ਤਾਂ ਇਹ ਪ੍ਰੋਬਲਮਸ ਜੋ ਹੈ ਹਾਲੇ ਸਾਹਮਣਾ ਕਰਨਾ ਪੈ ਰਿਹਾ। ਦੂਜੀ ਚੀਜ਼, AIP ਆਉਣ ਨਾਲ ਬੈਨੀਫਿਟ ਇਹ ਹੈ ਕਿ ਤੁਸੀਂ ਆਪਣੀ ਕਲਾਸਿਸ ਲਾਓਗੇ, ਔਰ ਬਹੁਤ ਜਲਦ ਜਿਨ੍ਹਾਂ ਨੂੰ ਪਾਸਪੋਰਟ ਸਬਮਿਸ਼ਨ ਆ ਗਈ ਹੈ, ਪਾਸਪੋਰਟ ਆ ਗਏ ਨੇ, ਉਹਨਾਂ ਨੇ ਵੀ ਜੋ ਟਰੈਵਲ ਕਰਨਾ ਹੈ ਉਹ ਬੜੇ ਪ੍ਰੋਪਰ ਤਰੀਕੇ ਨਾਲ ਕਰਨਾ ਹੈ, ਕਿਉਂਕਿ ਇੱਥੋਂ ਕੁਆਰੰਟਾਈਨ ਦਾ ਸਿਸਟਮ ਹਾਲੇ ਵੀ ਜੋ ਹੈ ਏਅਰਪੋਰਟਸ 'ਤੇ ਪ੍ਰੋਬਲਮ ਜੋ ਹੈ ਉਹ ਦੇਖੀ ਆ ਰਹੀ ਹੈ ਕਿ ਇੰਟਰਵਿਊਜ਼ ਕੰਡਕਟ ਕਰ ਰਹੇ ਨੇ ਉੱਥੇ ਕਿ ਬੱਚਾ ਜੋ ਜਾ ਰਿਹਾ ਹੈ ਉਹ ਜੈਨੂਅਨ ਹੈ ਜਾਂ ਨਹੀਂ ਹੈ, ਉਹਨੂੰ AIP ਜਾਂ ਉਹਦੀ ਕਲਾਸਿਸ ਕਦੋਂ ਸ਼ੁਰੂ ਸੀ, ਪ੍ਰੋਪਰ ਐਕਸਟੈਂਸ਼ਨ ਸੀਗੀ, ਔਨਲਾਈਨ ਸ਼ੁਰੂ ਕੀਤਾ ਤਾਂ ਟਰੈਵਲ ਡਾਕੂਮੈਂਟ ਉਹਦੇ ਕੋਲ ਹੈ ਕਿ ਨਹੀਂ ਹੈ। ਦੂਜੀ ਚੀਜ਼ ਬਹੁਤ ਇੰਪੋਰਟੈਂਟ ਜ਼ਰੂਰੀ ਚੀਜ਼ ਹੈ, ਉਹ ਸਪਾਊਸ ਕੇਸਿਸ ਨੂੰ ਲੈ ਕੇ ਹੈ ਕਿ ਅਗਰ ਤੁਸੀਂ ਸਪਾਊਸ ਕੇਸ ਲਾਇਆ, ਔਰ ਮੈਕਸਿਮਮ ਲੋਕ ਕੀ ਕਰਦੇ ਹੈ ਕਿ ਪਹਿਲੇ ਮੇਨ ਐਪਲੀਕੈਂਟ ਦਾ ਵੀਜ਼ਾ ਲਾ ਦਿੰਦੇ ਆ ਔਰ ਮੇਨ ਐਪਲੀਕੈਂਟ ਨੂੰ ਟਰੈਵਲ ਕਰਾ ਦਿੰਦੇ ਆ, ਮੁੜ ਕੇ ਕਹਿੰਦੇ ਕਿ ਬੱਚਾ ਔਰ ਜੋ ਹਸਬੈਂਡ ਜਾਂ ਵਾਈਫ ਹੈ ਉਹ ਬਾਅਦ ਹੀ ਚਲੇ ਜਾਣਗੇ, ਮਹੀਨਾ 2 ਮਹੀਨੇ ਬਾਅਦ, 3 ਮਹੀਨੇ ਬਾਅਦ। ਉਹ ਬਹੁਤ ਸੋਚ ਸਮਝ ਕੇ ਕਰਨ, ਕਿਉਂਕਿ ਹਾਲੇ ਸਪਾਊਸ ਕੇਸਿਸ ਵਿੱਚ ਬਹੁਤ ਟਾਈਮ ਲੱਗ ਰਿਹਾ ਹੈ, ਔਰ ਬਹੁਤ ਸਾਰੇ ਕੰਟਰੀਜ਼ ਨੇ ਤਾਂ ਸਪਾਊਸ ਕੇਸਿਸ ਹਾਲੇ ਸਸਪੈਂਡ ਹੀ ਰੱਖੇ ਹੋਏ ਹੈ ਕਿ ਮੇਨ ਐਪਲੀਕੈਂਟ ਜਾਏ ਔਰ ਉਹ ਪੜ੍ਹੇ। ਤਾਂ ਇਹ ਬਹੁਤ ਜ਼ਿਆਦਾ ਪ੍ਰੋਬਲਮ ਦੇਖਣ ਨੂੰ ਮਿਲ ਰਹੀ ਹੈ ਕਿ ਲੋਕ ਆਪਣਾ ਬਹੁਤ ਛੋਟਾ, ਕੋਈ ਸਾਲ ਦਾ, ਕੋਈ 2 ਸਾਲ ਦਾ ਬੱਚਾ ਵੀ ਛੱਡ ਕੇ ਚਲੇ ਜਾਂਦੇ ਆ, ਵੀ ਬਾਅਦ ਵਿੱਚ ਆ ਜਾਣਗੇ 3 ਮਹੀਨੇ 4 ਮਹੀਨੇ ਸੰਭਾਲ ਲੈਣਗੇ। ਪਰ ਇਹ ਪ੍ਰੈਕਟੀਕਲੀ ਪੋਸੀਬਲ ਨਹੀਂ ਹੈ ਇਸ ਸਮੇਂ। ਤਾਂ UK ਨੂੰ ਲੈ ਕੇ ਔਰ ਬੜੀ ਸਾਰੀ ਕੰਟਰੀਜ਼ ਨੂੰ ਲੈ ਕੇ ਅਸੀਂ ਇਹ ਕਰ ਰਹੇ ਹਾਂ ਕਿ ਜਾਂ ਤਾਂ ਫਾਈਲ ਇਕੱਠੇ ਲੌਂਚ ਕਰੋ, ਜਾਂ ਅਗਰ ਵੀਜ਼ਾ ਆ ਗਿਆ ਤਾਂ ਔਨਲਾਈਨ ਕਲਾਸਿਸ ਸ਼ੁਰੂ ਕਰ ਦਿਓ, ਔਰ ਨਾਲ ਦੀ ਨਾਲ ਸਪਾਊਸ ਕੇਸ ਲਾਉਣਾ। ਸਪਾਊਸ ਕੇਸ ਦੀ ਪ੍ਰੋਸੈਸਿੰਗ ਵੀ ਮਿਨੀਮਮ 2 to 3 ਮੰਥ ਇਸ ਸਮੇਂ ਆ ਰਹੀ ਹੈ, ਤਾਂ ਬਹੁਤ ਜ਼ਿਆਦਾ ਟਾਈਮ ਹੈ ਵਿੱਚ। ਤਾਂ ਇਹ ਜੋ ਸਟੈਪ ਹੈ ਬਹੁਤ ਸੋਚ ਸਮਝ ਕੇ ਲੈਣਾ ਹੈ। ਅਗਰ ਤੁਸੀਂ ਇਕੱਲੇ ਟਰੈਵਲ ਕਰ ਗਏ ਤਾਂ ਫਿਰ ਤੁਹਾਨੂੰ ਪ੍ਰੋਬਲਮ ਜੋ ਹੈ ਉਹ ਆ ਸਕਦੀ ਹੈ ਬਾਅਦ ਵਿੱਚ, ਕਿਉਂਕਿ ਸਪਾਊਸ ਨੂੰ ਕਿੰਨਾ ਟਾਈਮ ਲੱਗੇਗਾ, ਆਉਣ ਦੇਣਗੇ ਨਹੀਂ ਆਉਣ ਦੇਣਗੇ, ਤੁਸੀਂ ਕੀ ਇਨਫੋਰਮੇਸ਼ਨ ਭਰੀ, ਇਹ ਬੜੀ ਚੀਜ਼ਾਂ ਜੋ ਹੈ ਉਹ ਸੋਚ ਕੇ ਤੁਹਾਨੂੰ ਅਪਲਾਈ ਕਰਨਾ ਹੈ। ਬਿਨਾਂ ਐਕਸਪੀਰੀਅੰਸ ਦੇ ਅਗਰ ਕੋਈ ਤੁਹਾਡੀ ਫਾਈਲ ਲਾ ਦੂਗਾ, ਟਰੈਵਲ ਕਰਾ ਦੂਗਾ, ਤਾਂ ਫਿਰ ਤੁਹਾਡੇ ਲਈ ਬਹੁਤ ਹਾਰਡ ਟਾਈਮ ਜੋ ਹੈ ਉਹ ਸ਼ੁਰੂ ਹੋ ਜਾਊਗਾ। ਇੱਕ ਹੋਰ ਕਨਫਿਊਜ਼ਨ ਹੈ ਗੌਰਵ ਜੀ, ਤੁਸੀਂ ਬੜੀ ਸੋਹਣੀ ਅੱਛੇ ਗੱਲ ਕਲੀਅਰ ਕੀਤੀ ਹੈ। ਕਈ ਵਾਰੀ ਬਾਇਓਮੈਟ੍ਰਿਕਸ ਹੋ ਗਏ ਹੈ ਬੱਚਿਆਂ ਦੇ, ਅਪਡੇਟ ਨਹੀਂ ਹੋਏ। ਬਿਲਕੁਲ। ਉਹਦੇ ਕਾਰਨ ਕੀ ਨੇ? ਦੁਬਾਰਾ ਹੁਣ ਕਰਨਾ ਕੀ ਹੈ? ਦੁਬਾਰਾ ਵੈਬਫੋਨ ਆਪਣਾ ਜਿਹੜਾ ਉਹ ਅਪਲੋਡ ਕਰ ਦੇਣ, ਜਾਂ ਕਿਸੇ ਨੂੰ ਮੇਲ ਪਾਉਣੀ ਪਏਗੀ, ਮਿਲਣਾ ਪਏਗਾ? ਉਹ ਵੀ ਬੱਚੇ ਬੜੇ ਨੇ ਵੀ ਅਸੀਂ ਤਾਂ ਦੇ ਆਏ ਜੀ, ਬਹੁਤ ਦਿਨ ਹੋ ਗਏ, ਅਪਡੇਟ ਹੀ ਨਹੀਂ ਹੋ ਰਹੇ। ਬਿਲਕੁਲ, ਉਹ ਇਹ ਨਾ ਥੋੜ੍ਹੀ ਜਿਹੀ ਕਲੈਰੀਕਲ ਪ੍ਰੋਬਲਮ ਚੱਲ ਰਹੀ ਹੈ। ਕਿਸੇ ਦੇ ਤਾਂ ਅਪਡੇਟ ਹੋ ਗਏ ਫਿਰ ਬੁਲਾ ਲਿਆ, ਕਿਸੇ ਦੇ ਅਪਡੇਟ ਨਹੀਂ ਕੀਤੇ, ਠੀਕ ਹੈ, ਗਲਤ ਇੱਕ ਟਾਈਮ 2 ਨੂੰ ਅਪਾਇੰਟਮੈਂਟ ਚਲੀ ਗਈ। ਤਾਂ ਇਹ ਬੜੀ ਸਾਰੀ ਪ੍ਰੋਬਲਮ ਦਾ ਸਾਹਮਣਾ। ਉਹਦੇ ਵਿੱਚ ਕੀ ਹੈ, ਯੂ ਸੈਂਡ ਅ ਮੇਲ, ਠੀਕ ਹੈ, ਅਗਰ ਤੁਹਾਡੇ ਅਪਡੇਟਸ਼ਨ ਨਹੀਂ ਹੋ ਰਿਹਾ, ਉਹ ਬੇਸਿਕਲੀ ਬੀਇੰਗ ਅ ਕੰਸਲਟੈਂਟ ਅਸੀਂ ਉਹਨੂੰ ਫੋਲੋ ਕਰਦੇ ਹਾਂ ਚੀਜ਼ ਨੂੰ, VFS ਦੇ ਵਿੱਚ
ਚਲੋ ਅਸੀਂ ਬਹੁਤ ਸਾਲ ਤੋਂ VFS ਨਾਲ ਡੀਲ ਕਰਦੇ ਹਾਂ, ਈਦਰ ਦ ਲਿੰਕ ਬਾਏ ਦਿਸ ਔਰ ਦੈਟ ਸਾਈਡ, ਉਹ ਵੀ ਆਰ ਟਰਾਈਂਗ ਕਿ ਉਹਨੂੰ ਸੋਲਵ ਕਰ ਦਈਏ। ਤਾਂ ਇਸ ਸਮੇਂ ਜੋ ਤੁਹਾਡੇ ਜੋ ਕੰਸਲਟੈਂਟ ਦਾ ਐਕਸਪੀਰੀਅੰਸ ਵੀ ਬਹੁਤ ਜ਼ਿਆਦਾ ਮੈਟਰ ਕਰ ਰਿਹਾ ਤੁਹਾਡੀ ਫਾਈਲ ਲਾਉਣ ਵਿੱਚ, ਤੁਹਾਨੂੰ ਟਰੈਵਲ ਕਰਾਉਣ ਵਿੱਚ। ਕਿਉਂਕਿ ਇਹ ਨਾ ਸਮਝੋ ਕਿ ਜੋ ਪਹਿਲੇ ਸੀ ਵੀਜ਼ਾ ਆ ਗਿਆ ਚਲਾ ਗਿਆ ਗੱਲ ਖਤਮ, ਕਿਸੇ ਤਰ੍ਹਾਂ ਦਾ ਕੋਈ ਐਕਸਪੀਰੀਅੰਸ ਦੀ ਜ਼ਰੂਰਤ ਨਹੀਂ ਹੈ। ਇੱਥੋਂ ਕਿਸ ਤਰ੍ਹਾਂ ਜਾਏਗਾ, ਉੱਥੇ ਕਿੱਥੇ ਰਹੇਗਾ, ਕੀ ਟਰਮਸ ਕੰਡੀਸ਼ਨ ਹੋਣਗੀਆਂ, ਕਿੰਨੇ ਏਰੀਏ ਦੇ ਅੰਦਰ ਰਹਿਣਾ, ਬੜੀ ਸਾਰੀ ਸਪੈਸੀਫਿਕੇਸ਼ਨਸ ਜੋ ਹੈ ਉਹ ਸਾਹਮਣੇ ਨਿਕਲ ਕੇ ਆ ਰਹੀਆਂ। ਦੂਜੀ ਚੀਜ਼, ਕੋਈ ਵੀ ਇਨਫੋਰਮੇਸ਼ਨ ਜੋ ਹੈ ਤੁਸੀਂ ਗਲਤ ਨਹੀਂ ਭਰਨੀ, ਕਿਉਂਕਿ ਹਾਈ ਕਮਿਸ਼ਨ ਕਿਸੇ ਵੀ ਟਾਈਮ 'ਤੇ ਕਿਸੇ ਵੀ ਇਨਫੋਰਮੇਸ਼ਨ ਨੂੰ ਤੁਹਾਡੇ ਤੋਂ ਉਹਦਾ ਡਿਫੈਂਸ ਜਾਂ ਕਾਊਂਟਰ ਲੈ ਸਕਦੀ ਹੈ। ਇਹ ਬੜੀ ਪ੍ਰੋਬਲਮ ਇਸ ਸਮੇਂ ਦੇਖਣ ਨੂੰ ਆ ਰਹੀਆਂ, ਖਾਸ ਕਰ ਫੰਡਸ ਨੂੰ ਲੈ ਕੇ, ਖਾਸ ਕਰ ਜੋ ਤੁਸੀਂ ਆਪਦੀ ਪੁਰਾਣੀ ਹਿਸਟਰੀ ਜੋ ਹੈ ਉਹ ਸਬਮਿਟ ਕਰਾਉਂਦੇ ਹੋ। ਜੀ ਕਾਲ ਲੈਣੇ ਭਾਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੈਂ ਨੇਹਾ ਗੱਲ ਕਰ ਰਹੀ ਨਾਭਾ ਤੋਂ। ਜੀ ਨੇਹਾ ਜੀ। ਹਾਂਜੀ ਸਰ, ਐਕਚੁਅਲੀ ਮੇਰੀ ਕੁਐਰੀ ਸੀ ਕਿ UK ਦੇ ਸਟੱਡੀ ਵੀਜ਼ਾ ਦੇ ਰਿਗਾਰਡਿੰਗ। ਦੱਸੋ ਜੀ। ਹਾਂ ਸਰ, ਮੇਰੀ +2 ਪਾਸ ਆਊਟ ਹੈ 19 ਦੇ ਵਿੱਚ, ਐਂਡ ਮੇਰੀ ਓਵਰਆਲ ਪਰਸੈਂਟੇਜ ਹੈਗੀ ਹੈ 72 ਆਰ ਸਟ੍ਰੀਮ ਹੈ, ਐਂਡ ਆਫਟਰ ਦੈਟ ਮੈਂ ਫ੍ਰੀ ਹਾਂ, ਐਂਡ ਮੇਰਾ IELTS ਸਕੋਰ ਹੈਗਾ ਓਵਰਆਲ 6 ਹੈ ਔਰ 5.5 ਹੈ ਸਰ 2 ਮੋਡਿਊਲ ਦੇ ਵਿੱਚ। ਸਰ ਮੇਰਾ UK ਦਾ ਸਟੱਡੀ ਵੀਜ਼ਾ ਕਿਤੇ ਦਾ ਹੋ ਸਕਦਾ ਹੈ? ਬਿਲਕੁਲ, UK ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਫॉर ਸਟੱਡੀ ਵੀਜ਼ਾ। UK ਬਿਲਕੁਲ ਸਮੂਥ ਚੱਲ ਰਿਹਾ ਹੈ। ਔਰ ਅਗਰ ਬਿਕੋਜ਼ ਤੁਸੀਂ ਜੋ ਹੈ 6 ਓਵਰਆਲ ਹੈ, ਤੁਹਾਡਾ ਜੋ ਐਕਸਪੀਰੀਅੰਸ ਅੱਛਾ ਹੈ, ਯਾਨੀ ਤੁਹਾਡੀ ਸਟੱਡੀਜ਼ ਗੁੱਡ ਹੈ, ਔਰ ਕਮਿਊਨੀਕੇਸ਼ਨ ਸਕਿੱਲ ਮੈਂ ਬਾਰ-ਬਾਰ ਕਹਿ ਰਿਹਾ UK ਵੀਜ਼ਾ ਦੀ ਚਾਬੀ ਕਮਿਊਨੀਕੇਸ਼ਨ ਸਕਿੱਲ 'ਤੇ ਜਾਂਦੀ ਹੈ। ਔਰ UK ਵੀਜ਼ਾ ਜੋ ਹੈ ਇਸ ਸਮੇਂ ਡੇਲੀ ਬੇਸਿਸ 'ਤੇ ਵੀ ਗੁੱਡ ਵੀਜ਼ਾਜ਼। ਗੱਲ ਇੱਥੇ ਆ ਕੇ ਖੜ ਗਈ ਕਿ UK ਵੀਜ਼ਾ ਜੋ ਲੈਣਾ ਹੈ ਇਸ ਸਮੇਂ ਬਿਲਕੁਲ ਸਿੱਧਾ ਫੰਡਾ ਹੈ ਉਹਨਾਂ ਦਾ ਕਿ ਫੰਡਸ, ਤੁਹਾਡੇ ਡਾਕੂਮੈਂਟਸ, ਤੁਹਾਡੀ ਹਿਸਟਰੀ ਇਹ ਬਿਲਕੁਲ ਕਲੀਨ ਹੋਣੀ ਚਾਹੀਦੀ ਹੈ। ਨਾ ਤਾਂ ਤੁਹਾਡੇ ਫੰਡਸ ਮੈਨੂਪੂਲੇਟਿਡ ਹੋਣੇ ਚਾਹੀਦੇ ਹੈ, ਬਣੇ ਹੋਏ ਨਹੀਂ ਹੋਣੇ ਚਾਹੀਦੇ। ਤੁਹਾਨੂੰ ਬਿਲਕੁਲ ਪ੍ਰੋਪਰ ਤੁਹਾਡੀ ਇਨਕਮ ਜੋ ਹੈ ਉਹ ਸਪੋਰਟ ਕਰਨੀ ਚਾਹੀਦੀ ਹੈ ਤੁਹਾਡੀ ਸਟੱਡੀਜ਼ ਨੂੰ। ਤੁਹਾਡੇ ਫੰਡਸ ਬਿਲਕੁਲ ਕਲੀਅਰ ਟਰੈਕ 'ਤੇ ਹੋਣ ਤਾਂ 100% ਜੋ ਵੀਜ਼ਾ ਹੈ ਉਹ ਬਿਲਕੁਲ ਸਿੰਪਲ ਐਜ਼ ਪਰ ਕੈਲਕੂਲੇਸ਼ਨ ਹੈ, ਆਉਣਾ ਹੀ ਟਰੈਵਲ ਸ਼ੁਰੂ ਹੋ ਗਿਆ ਭਾਜੀ? ਬਿਲਕੁਲ UK ਟਰੈਵਲ ਹੈ ਜੀ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਮੇਜਰ ਸਿੰਘ ਗੱਲ ਕਰ ਰਿਹਾ ਜੀ, ਫਤਿਹਗੜ੍ਹ ਸਾਹਿਬ ਤੋਂ। ਜੀ ਭਾਜੀ, ਕੀ ਪੁੱਛਣਾ ਚਾਹੁੰਦੇ ਹੋ? ਜੀ ਮੈਂ ਆਪਣੇ ਮੁੰਡੇ ਬਾਰੇ ਪੁੱਛਣਾ ਚਾਹੁੰਦਾ ਸੀ ਜੀ। ਉਹਨੇ ਨਾ ਜੀ ਪਿਛਲੇ ਸਾਲ 2020 ਦੇ ਵਿੱਚ ਨਾ 12ਵੀਂ ਕੀਤੀ ਹੈ ਜੀ, ਉਹਦੇ ਨਾਲ ਓਵਰਆਲ 6 ਹੈ ਜੀ ਤੇ 2 ਤੋਂ 5.5 ਹੈ, ਤੇ ਅਸੀਂ ਨਾ ਆਸਟ੍ਰੇਲੀਆ ਦਾ ਅਪਲਾਈ ਕਰੇ ਗਏ ਸੀ, ਇੱਕ ਯੂਨੀਵਰਸਿਟੀ ਅਪਲਾਈ ਕੀਤਾ ਸੀ, ਨਾਮ ਦਾ ਨਹੀਂ ਪਤਾ, ਕਿਉਂਕਿ ਉਹਦਾ ਆਫਰ ਲੈਟਰ ਨਹੀਂ ਆ ਰਿਹਾ, ਤੇ ਕਿਤੇ ਹੁਣ ਆਸਟ੍ਰੇਲੀਆ ਵਿੱਚ ਇਹਨਾਂ ਨੇ ਹੋ ਜਾਊਗਾ ਤਾਂ ਇਸ ਪ੍ਰੋਫਾਈਲ ਉੱਤੇ ਨਹੀਂ ਹੋਏਗਾ ਜੀ। +2 ਕਿਹੜੀ ਸਟਰੀਮ ਦੇ ਵਿੱਚ ਹੈ ਜੀ? ਜੀ ਆਰਟਸ ਦੇ ਨਾਲ ਜੀ। ਕਿੰਨੇ % ਨੰਬਰ ਨੇ? ਇਹਦੇ ਜੀ ਨੰਬਰ ਤਾਂ ਬੜੇ ਵਧੀਆ ਹੋਏ ਮੁੰਡੇ ਦੇ ਜੀ, 80% ਨੰਬਰ ਆਇਆ। ਪੰਜਾਬ ਬੋਰਡ ਤੋਂ ਹੈ? ਹਾਂਜੀ ਜੀ, ਪੰਜਾਬ ਬੋਰਡ ਤੋਂ ਜੀ। ਦੇਖੋ, ਆਸਟ੍ਰੇਲੀਆ ਨੂੰ ਲੈ ਕੇ ਮੈਂ ਬਿਲਕੁਲ ਕਲੀਅਰ ਕਰਦਾ, ਬਹੁਤ ਬੇਸਿਕ ਦੱਸ ਰਿਹਾ ਕਿ देयर इज़ 2 ਪ੍ਰੋਗਰਾਮ ਆਸਟ੍ਰੇਲੀਆ ਵਿੱਚ, ਜਾਂ ਤਾਂ ਯੂਨੀਵਰਸਿਟੀਜ਼ ਟੌਪ 8 ਯੂਨੀਵਰਸਿਟੀਜ਼ ਦੇ ਵਿੱਚ ਹੋਣ, ਫਿਰ GT ਦੀ ਬਹੁਤ ਵੱਡੀ ਪ੍ਰੋਬਲਮ ਨਹੀਂ ਆਉਂਦੀ, GT ਜੋ ਹੈ ਉਹ ਕਲੀਅਰ ਹੋ ਜਾਂਦਾ, ਜਾਂ ਫਿਰ ਤੁਹਾਡਾ ਟਰੈਕ ਬਹੁਤ ਅੱਛਾ ਹੋਵੇ। ਔਰ ਕਿਸੇ ਵੀ ਟਾਈਮ ਅਸੀਂ ਇਨ ਕਮਿੰਗ ਮੰਥ ਔਰ ਫਰਵਰੀ ਅਸੀਂ 100% ਲੈਵਲ 2 ਦੇ ਵਿੱਚ ਆਵਾਂਗੇ, ਕਿਉਂਕਿ ਜਿਸ ਤਰ੍ਹਾਂ ਦੀ ਵੀਜ਼ਾ ਅਪਰੂਵਲਸ ਆਉਣ ਲੱਗ ਗਈਆਂ, ਡਿਪਲੋਮੇ ਨੂੰ ਵੀਜ਼ਾ ਦੇਣ ਲੱਗ ਗਏ, ਤਾਂ ਇਹ ਪ੍ਰੋਪਰ ਚਾਂਸਿਸ ਨੇ ਕਿ ਅਸੀਂ ਲੈਵਲ 2 ਦੇ ਵਿੱਚ ਵਾਪਸ ਜੋ ਹੈ ਉਹ ਕਲੈਕਟ ਕਰਾਂਗੇ। ਔਰ ਇਸ ਸਮੇਂ ਆਸਟ੍ਰੇਲੀਆ ਜਾਣ ਲਈ ਸਭ ਤੋਂ ਬੈਸਟ ਟਾਈਮ ਹੈ, ਕਿਉਂਕਿ ਹਾਂ ਟਰੈਵਲ ਨਹੀਂ ਹੈ ਹਾਲੇ, ਇਹ ਬਿਲਕੁਲ ਸਮਝ ਲਓ ਸਟਾਰਟਿੰਗ ਤੁਹਾਨੂੰ ਆਨਲਾਈਨ ਕਲਾਸਿਸ ਕਰਨੀਆਂ ਪੈਣਗੀਆਂ। ਬਟ ਜਿਵੇਂ ਅਸੀਂ ਕੈਨੇਡਾ ਵਿੱਚ ਕਰਦੇ ਹਾਂ, ਡੈਫਰ ਕਰ ਲਿਆ, ਫਿਰ ਵੀ ਕੈਨੇਡਾ ਨਾ ਬਹੁਤ ਲੀਨੀਅੰਸ ਹੈ ਬਹੁਤ ਸਾਰੀ ਚੀਜ਼ਾਂ ਵਿੱਚ, ਤੁਸੀਂ ਡੈਫਰ ਕਰ ਲਿਆ, ਤੁਸੀਂ ਨਹੀਂ ਪੜ੍ਹੇ, ਫਿਰ ਵੀ ਟਰੈਵਲ ਕਰ ਸਕਦੇ ਹੋ। ਬਟ ਆਸਟ੍ਰੇਲੀਆ ਦੇ ਵਿੱਚ ਐਸਾ ਨਹੀਂ ਹੈ, ਬਹੁਤ ਪਾਰਟੀਕੂਲਰ ਨੇ ਆਪਣੀ ਚੀਜ਼ਾਂ ਨੂੰ ਲੈ ਕੇ। ਦੂਜੀ ਚੀਜ਼, ਜੋ ਫੰਡਸ ਤੁਸੀਂ ਲਿਵਿੰਗ ਫੰਡਸ ਦਿਖਾਤੇ ਆਸਟ੍ਰੇਲੀਆ ਵਿੱਚ, ਇਹ ਬਹੁਤ ਸੋਚ ਸਮਝਣ ਵਾਲੀ ਗੱਲ ਆ। ਮੈਂ ਜੋ ਸਮਝਾ ਰਿਹਾ ਉਹਦੇ ਵਿੱਚ ਇਹ ਹੈ ਕਿ ਮੰਨ ਲਓ ਤੁਹਾਡਾ ਵੀਜ਼ਾ ਰਿਸੀਵ ਹੋ ਗਿਆ ਔਰ ਲਿਵਿੰਗ ਫੰਡਸ, ਮੈਕਸਿਮਮ ਲੋਕਾਂ ਨੇ ਕੀ ਕੀਤਾ ਕਿ ਲਿਵਿੰਗ ਫੰਡਸ ਵਿਡਰਾ ਕਰ ਲਏ। ਅਗਰ ਲਿਵਿੰਗ ਫੰਡਸ, ਕਿਉਂਕਿ ਉਹ ਦਿਖਾਏ ਸੀ, ਉਹ ਤੁਹਾਡੇ ਨਹੀਂ ਸੀ, ਔਰ ਜੇ ਤੁਸੀਂ ਵਿਡਰਾ ਕਰ ਲਏ, ਫਿਰ ਤੁਹਾਨੂੰ ਟਰੈਵਲ ਵਿੱਚ ਬਹੁਤ ਵੱਡੀ ਪ੍ਰੋਬਲਮ ਆਉਣ ਵਾਲੀ ਹੈ।
ਬੇਸਿਕਲੀ ਜਿਹੜੇ ਪਹਿਲੇ ਇੱਕ ਤਰ੍ਹਾਂ ਪੰਜਾਬੀ 'ਚ ਸਿਸਟਮ ਨਾਲ ਕਿਸੇ ਜਾਣ ਦੀ ਕੋਸ਼ਿਸ਼ ਹੁੰਦੀ ਸੀ ਉਹ ਨਹੀਂ ਹੋਣਾ ਹੁਣ। ਹਾਂ ਬਿਲਕੁਲ, ਜਿੱਥੇ ਤੁਸੀਂ ਇੱਕ ਦੋ ਤਿੰਨ ਬਹੁਤ ਜ਼ਰੂਰੀ ਐਡਵਾਈਜ਼ਰੀ ਹੈ ਆਸਟ੍ਰੇਲੀਆ ਲਈ ਤੁਹਾਡੇ ਲਈ। ਪਹਿਲੀ ਗੱਲ, 1 ਸਾਲ ਦੀ ਫੀਸ ਤੁਹਾਡੀ ਸਬਮਿਟ ਹੋਣੀ ਚਾਹੀਦੀ ਹੈ, ਤੁਹਾਡੀ ਕਲਾਸਿਸ ਜੋ ਹੈ ਤੁਸੀਂ ਇਨਰੋਲ ਹੋਣੇ ਚਾਹੀਦੇ ਹੋ। ਤੀਜਾ, ਤੁਸੀਂ ਫੰਡਸ ਦੇ ਨਾਲ ਛੇੜਛਾੜ ਨਹੀਂ ਕਰਨੀ ਅੰਟਿਲ ਟਰੈਵਲ ਨਹੀਂ ਕਰਦੇ, ਕਿਉਂਕਿ ਤੁਸੀਂ ਹਾਈ ਕਮਿਸ਼ਨ ਵਿੱਚ ਵੀਜ਼ਾ ਇਹ ਦਿਖਾ ਕੇ ਲਿਆ ਹੈ ਕਿ ਇੰਨੇ ਲੱਖ ਮੇਰੇ ਕੋਲ ਉੱਥੇ ਦੇ ਲਿਵਿੰਗ ਐਕਸਪੈਂਸ ਹੈ। ਤੁਸੀਂ ਫੀਸ ਯੂਜ਼ ਕਰ ਲਈ, ਫੀਸ ਭੇਜਤੀ, ਡਨ ਹੈ। ਬਟ ਇਹ ਨਾ ਹੋਵੇ ਜਦੋਂ ਤੁਹਾਡੇ ਟਰੈਵਲ ਹੋਊਗਾ ਫਿਰ ਤੁਹਾਨੂੰ ਫੰਡਸ ਜੋ ਹੈ ਏਅਰਪੋਰਟ 'ਤੇ ਉਹ ਪੁੱਛਤਾਛ ਹੋਏਗੀ ਔਰ ਤੁਸੀਂ ਜਾ ਨਹੀਂ ਸਕੋਗੇ। ਤਾਂ ਇਸ ਲਈ ਇਹ ਸਾਰੀ ਚੀਜ਼ਾਂ ਸੋਚ ਸਮਝ ਕੇ ਹੀ ਤੁਸੀਂ ਆਸਟ੍ਰੇਲੀਆ ਵੱਲ ਨੂੰ ਜੋ ਹੈ ਉਹ ਅੱਗੇ ਵਧਣਾ। ਜੀ ਨੈਕਸਟ ਕਾਲ ਲੈਣੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ ਜੀ ਮੈਮ ਮੈਂ ਕਮਨਪ੍ਰੀਤ ਗੱਲ ਕਰ ਰਹੀ ਹਾਂ ਗੁਰਦਾਸਪੁਰ ਤੋਂ। ਜੀ ਮੈਮ ਕੀ ਪੁੱਛਣਾ ਚਾਹੁੰਦੇ ਹੋ ਜੀ? ਮੈਂ ਕੈਨੇਡਾ ਦੀ ਸਟੱਡੀ ਬਾਰੇ ਪੁੱਛਣਾ ਚਾਹੁੰਦੀ। ਮੇਰੀ ਨਾ ਬੀਕੌਮ ਜਿਹੜੀ ਹੈਗੀ 2019 ਚ ਕੰਪਲੀਟ ਹੋਈ ਸੀ ਤੇ 70% ਨੰਬਰ ਹੈ ਮੇਰੇ। ਉਸ ਤੋਂ ਬਾਅਦ ਮੈਂ ਰੈਗੂਲਰ ਜੌਬ ਕਰ ਰਹੀ ਹਾਂ HDFC ਬੈਂਕ ਵਿੱਚ ਤੇ ਜਿਹੜੇ ਮੇਰੇ ਬੈਂਕ ਸਕੋਰ ਹੈਗੇ ਓਵਰਆਲ ਤੇ 6 ਨੇ, 1.5 ਵਿੱਚ ਕੈਨੇਡਾ ਹੋ ਜਾਏਗਾ ਮੇਰਾ? ਕੋਈ ਪ੍ਰੋਬਲਮ ਨਹੀਂ ਹੈ, ਕਿਉਂਕਿ ਦੇਖੋ ਆਫਟਰ ਗ੍ਰੈਜੂਏਸ਼ਨ ਤੁਸੀਂ ਜੌਬ ਕਰ ਰਹੇ ਹੋ, ਟਰੈਕ ਬਿਲਕੁਲ ਸਹੀ ਹੈ। ਹੁਣ ਤੁਸੀਂ ਬੈਂਕਿੰਗ ਵਿੱਚ ਲਾਈਨ ਦੇ ਵਿੱਚ ਵੀ ਪ੍ਰੋਫੈਸ਼ਨਲ ਕੋਰਸ ਲੈ ਸਕਦੇ ਹੋ, ਬਿਜ਼ਨਸ ਵੀ ਲੈ ਸਕਦੇ ਹੋ, ਅਕਾਊਂਟੈਂਸੀ ਵੀ ਲੈ ਸਕਦੇ ਹੋ, ਫਾਈਨੈਂਸ ਵੀ ਲੈ ਸਕਦੇ ਹੋ, ਬੜੇ ਸਾਰੇ ਕੋਰਸਿਸ ਨੇ। ਬਟ ਇਹਦੇ ਵਿੱਚ ਇਹ ਆ ਕਿ ਬਿਕੋਜ਼ 6 ਹੈ, ਇੱਕ ਵੀ 5.5 ਹੈ, 2 ਸਾਲ ਲਈ ਜਾਣਾ ਪੈਣਾ, ਕਿਉਂਕਿ ਇਹੀ ਸਾਡੀ ਲੈਂਗੁਏਜ ਨੂੰ ਕਾਊਂਟਰ ਕਰੇਗਾ। ਬਹੁਤ ਵਾਰੀ ਬੱਚਾ ਪ੍ਰੋਬਲਮ ਇੱਥੇ ਖੜੀ ਕਰਦਾ। ਦੇਖੋ 2 ਚੀਜ਼ਾਂ ਨੇ, ਤੁਹਾਨੂੰ 3-4 ਆਪਸ਼ਨ ਮਿਲਣਗੀਆਂ। ਇੱਕ ਮਿਲੇਗੀ ਕਹਿਣਗੇ ਤੁਸੀਂ 1 ਸਾਲ ਦਾ ਕੋਰਸ ਲੈ ਲਓ, ਇੱਕ ਤੁਹਾਨੂੰ ਕਹੇਗਾ ਮੈਂ ਤੁਹਾਨੂੰ ਕੋਰਸ ਮੰਗਾ ਦੇਣਾ ਜੀ, ਪੈਕੇਜ ਲੈ ਲਓ, ਉਹਦੇ 'ਚੋਂ ਸਰਟੀਫਿਕੇਟ ਕੋਰਸ ਲਾ ਦੇਣਗੇ, ਠੀਕ ਹੈ। ਤੀਜੀ ਤੁਹਾਨੂੰ ਆਪਸ਼ਨ ਮਿਲੇਗੀ ਜਿਹਦੇ 'ਚ ਅਸੀਂ ਬਿਲਕੁਲ ਰਿਸਰਚ ਕਰਕੇ ਕਹਿ ਰਹੇ ਹਾਂ ਕਿ ਤੁਹਾਨੂੰ 2 ਸਾਲ ਪੜ੍ਹਨਾ ਪਏਗਾ, ਇਹ ਪ੍ਰੋਵਿੰਸ ਵਿੱਚ ਪੜ੍ਹਨਾ ਪਏਗਾ, ਇਹ ਕੈਂਪਸ ਲੈਣਾ ਪਏਗਾ। ਤਾਂ ਆਟੋਮੈਟਿਕ ਜਦੋਂ ਤੁਸੀਂ ਬਿਨਾਂ ਕਿਸੇ ਕ੍ਰੈਡਿਟ ਮੈਚ ਕਰੇ ਬਿਨਾਂ ਔਰ ਬਿਨਾਂ ਕਿਸੇ ਪਲੈਨਿੰਗ ਤੋਂ ਲਾ ਦੋਗੇ ਫਿਰ ਤੁਹਾਨੂੰ ਪ੍ਰੋਬਲਮ ਆ ਜਾਏਗੀ। ਕਿਉਂਕਿ ਮੈਕਸਿਮਮ ਗ੍ਰੈਜੂਏਟ ਬੱਚਾ ਕੀ ਕਰਦਾ, ਗ੍ਰੈਜੂਏਟ ਬੱਚਾ 2-3 ਸਾਲ ਉਹਨੇ ਜੌਬ ਕੀਤੀ ਹੁੰਦੀ ਹੈ, ਫਿਰ ਉਹ ਇਸ ਤਰ੍ਹਾਂ ਪਹੁੰਚ ਜਾਂਦਾ ਕਿ ਮੈਨੂੰ ਛੋਟਾ ਕੋਰਸ ਚਾਹੀਦਾ, ਮੈਂ ਪੜ੍ਹਨਾ ਨਹੀਂ, ਮੈਨੂੰ ਬਹੁਤ ਛੋਟਾ ਕੋਰਸ ਚਾਹੀਦਾ, ਮੈਨੂੰ ਐ ਦਿਓ ਜੀ 4 ਮਹੀਨੇ ਪੜ੍ਹਨਾ ਵੇ, 4 ਮਹੀਨੇ ਕੰਮ ਹੋ ਜਾਏ। ਫਿਰ ਉਹ ਕਾਪ-ਅਪ ਵੱਲ ਵੀ ਨਹੀਂ ਜਾਂਦਾ, ਜਦ ਕਿਸੇ ਨੂੰ ਸਮਝਾਣੇ ਕਿ ਕਾਪ-ਅਪ ਲੈਣਾ ਪੈਣਾ, 15-16 ਮਹੀਨੇ ਦਾ ਕੋਰਸ ਹੁੰਦਾ, $18,000-20,000 ਜੋ ਉਹਦੀ ਫੀਸ ਹੁੰਦੀ ਹੈ। ਬਟ ਉਹ ਫਿਰ ਇਸ ਤਰ੍ਹਾਂ ਬਹੁਤ ਜ਼ਿਆਦਾ ਜਾਂਦਾ ਕਿ ਮੈਨੂੰ 5 ਲੱਖ ਵਾਲਾ ਮਿਲ ਜਾਏ, ਮੈਨੂੰ 7 ਲੱਖ ਵਾਲਾ ਮਿਲ ਜਾਏ। ਫਿਰ ਉਹਨੂੰ ਬਹੁਤ ਮਿਸਗਾਈਡ ਇਹ ਕਰਦੇ ਕਿ ਠੀਕ ਹੈ ਤੂੰ 5 ਲੱਖ ਵਾਲਾ ਲੈ ਲੈ, 25-30,000 40,000 ਸਾਡੀ ਕੰਸਲਟੈਂਸੀ ਉਹ ਲੈ ਲੈਂਦੇ, ਫਾਈਲ ਲਾ ਦਿੰਦੇ, ਉਹਦੇ ਵਿੱਚ ਵੀਜ਼ਾ ਨਹੀਂ ਆਉਣਾ, ਫਿਰ ਉਹਨੂੰ ਪ੍ਰੋਬਲਮ ਆਏਗੀ। ਉਹ ਆਪਣੀ ਕੰਸਲਟੈਂਸੀ ਲੈਣ ਪਿੱਛੇ ਉਹਦੀ ਫਾਈਲ, ਕੋਈ ਫਾਈਲ ਤਾਂ ਲਾਈ ਦੇਣੀ ਹੈ। ਫਿਰ ਵੰਸ ਤੁਸੀਂ ਫਾਈਲ ਲਾਤੀ, ਤੁਸੀਂ ਨਿਚਲਾ ਕੋਰਸ ਲੈ ਲਿਆ, ਰਿਫਿਊਜ਼ ਹੋ ਗਏ, ਫਿਰ ਸਾਡੇ ਕੋਲ ਤੁਹਾਡੇ ਖਿਲਾਫ ਗੱਲ ਖਤਮ ਹੋ ਜਾਂਦੀ ਹੈ, ਕਿਉਂਕਿ ਉਸ ਤੋਂ ਇਹ ਦਿਖਦਾ ਹੈ ਕਿ ਤੁਸੀਂ ਸਿਰਫ ਕੈਨੇਡਾ ਜਾ ਕੇ ਕੰਮ ਕਰਨਾ ਚਾਹੁੰਦੇ ਸੀ, ਐਂਟਰੀ ਜਿਹੜੀ ਹੈ ਉਹ ਲੈਣਾ ਚਾਹੁੰਦੇ ਸੀ, ਤੁਹਾਡਾ ਮੋਟਿਵ ਪੜ੍ਹਨਾ ਨਹੀਂ ਸੀ, ਤੁਹਾਡਾ ਮੋਟਿਵ ਆਪਣੇ ਆਪ ਨੂੰ ਸਕਸੈਸਫੁਲ ਕਰਨਾ ਨਹੀਂ ਸੀ। ਤਾਂ ਇੱਥੇ ਆ ਪ੍ਰੋਬਲਮਸ ਜੋ ਨੇ ਉਹ ਸਾਹਮਣੇ ਆਉਂਦੀਆਂ। ਗੌਰਵ ਜੀ, ਜਿਵੇਂ ਤੁਸੀਂ ਰਿਜੈਕਸ਼ਨ ਦੀ ਗੱਲ ਕਰ ਲਈ, ਰਿਫਿਊਜ਼ਲ ਦੀ ਗੱਲ ਕੀਤੀ ਹੈ, ਉਹ ਵੀ ਬੱਚੇ ਕਾਫੀ ਨੇ। ਮੈਂ ਉਹਨਾਂ ਲਈ ਸਵਾਲ ਕਰਦਾ, ਜਿਹੜੇ ਬੱਚੇ ਰਿਫਿਊਜ਼ਡ ਹੋ ਗਏ, ਕਿਸੇ ਦੀ AIP ਕੈਂਸਲ ਹੋਈ ਹੈ, ਕੋਈ ਪਹਿਲੇ ਰਿਫਿਊਜ਼ ਸੀਗਾ, ਦੁਬਾਰਾ ਚਾਂਸਸ ਆਫ ਵੀਜ਼ਾ ਕੀ ਰਹਿੰਦੇ ਆ? ਖਾਸ ਗੱਲਾਂ ਦਾ ਧਿਆਨ ਕੀ ਰੱਖਣਾ ਚਾਹੀਦਾ? ਦੇਖੋ ਉਹਦੇ ਵਿੱਚ ਇਹ ਹੈ, ਸਭ ਤੋਂ ਪਹਿਲੇ ਤਾਂ ਚਾਂਸਿਸ ਇੱਥੇ ਰਹਿੰਦੇ ਕਿ ਸਭ ਤੋਂ ਵੱਡੀ ਪ੍ਰੋਬਲਮ ਉਹਨਾਂ ਦੀ ਆਉਂਦੀ ਹੈ ਜੋ ਦੇ ਆਰ ਕਮ ਫਰੋਮ ਅਨਨੋਨ ਥਿੰਗਸ ਮਤਲਬ ਦੇ ਗੈਟ ਅ ਪੈਕੇਜ, ਉਹ 2-3 ਵਾਰ ਰਿਫਿਊਜ਼ ਨੇ, ਉਹਨਾਂ ਨੂੰ ਪਤਾ ਹੀ ਨਹੀਂ ਹੈ ਆਪ ਨੂੰ, 2-3 ਵਾਰ ਫਾਈਲਾਂ ਲਾਈਆਂ ਹੋਈਆਂ, ਉਹਨਾਂ ਨੂੰ ਇਹ ਪਤਾ ਹੈ ਕਿ ਅਸੀਂ ਵੰਸ ਰਿਫਿਊਜ਼ਡ ਆ। ਉਸ ਕੇਸ ਵਿੱਚ ਸਾਨੂੰ ਉਹਨਾਂ ਦੇ ਜੋ ਕੈਪਸ ਨੋਟਸ ਹੈ ਬਹੁਤ ਜ਼ਰੂਰੀ ਚਾਹੀਦੇ, ਕਿਉਂਕਿ ਉਹਦੇ ਸਾਰੀ ਡਿਟੇਲ ਆਉਣੀ ਹੈ। ਉਸ ਤੋਂ ਬਾਅਦ ਇੱਕ ਬੱਚੇ ਦਾ ਹੁਣੇ ਹੀ ਆਇਆ, ਉਹ ਬੱਚੇ ਦੀ ਫਾਈਲ ਆਈ, ਉਹਨਾਂ ਨੇ ਪ੍ਰੋਪਰ ਲਿਖ ਕੇ ਦਿੱਤਾ ਕਿ ਅਸੀਂ SOP ਲਿਖਤੀ, ਇੱਕ ਵਾਰੀ ਫਾਈਲ ਲਾਈ, ਉਹਨਾਂ ਨੇ ਲਿਖਿਆ ਨਹੀਂ ਤੁਸੀਂ 4 ਵਾਰ ਫਾਈਲ ਲਾਈ, ਇਹ ਡਾਕੂਮੈਂਟ, ਔਰ ਤੁਸੀਂ ਇਹ ਡਾਕੂਮੈਂਟ ਇਸ ਤਰ੍ਹਾਂ ਲਾਏ, ਇਹਦੇ 'ਚ ਇਹ ਤੁਸੀਂ ਸਟੇਟਮੈਂਟ ਦਿੱਤੀ। ਫਿਰ ਇਹ ਸਮਝ ਆਇਆ ਕਿ ਐਕਚੁਅਲੀ ਬੱਚੇ ਨੂੰ ਪਤਾ ਹੀ ਨਹੀਂ ਹੁੰਦਾ ਮੈਕਸਿਮਮ ਕਿ ਮੇਰੇ ਫਾਈਲ ਲਾ ਕੇ ਦਿੱਤੀ ਔਰ ਲਾਈ ਕਿਵੇਂ, ਔਰ ਇਹ ਚੀਜ਼ ਤੋਂ ਬਹੁਤ ਬਚ ਕੇ ਰਹਿਣਾ। ਦੂਜੀ ਚੀਜ਼ ਨਾ, ਟਰੈਵਲ ਆਫ ਫਾਈਲ ਬਹੁਤ ਜ਼ਿਆਦਾ ਅਮਨ ਜੀ। ਦੇਖੋ ਤੁਹਾਡੇ ਕੋਲ ਜੋ ਲੋਕ ਆ ਰਹੇ ਉਹ ਸਭ 10 ਸਾਲ ਤੋਂ ਪਲੱਸ ਐਕਸਪੀਰੀਅੰਸ ਦੇ ਲੋਕ ਨੇ, ਇੱਕ ਬਹੁਤ ਵੱਡਾ ਨਾਮ ਹੈ, ਸਾਰਿਆਂ ਕੋਲ ਆਪਣਾ ਇੱਕ, ਸਾਡੇ ਕੋਲ ਬਹੁਤ ਵੱਡਾ ਇਨਫਰਾਸਟਰਕਚਰ ਹੈ। ਜੋ ਟਰੈਵਲ ਆਫ ਫਾਈਲ ਹੈ ਨਾ, ਉਹ ਬਹੁਤ ਨੁਕਸਾਨ ਕਰ ਰਹੀ। ਜੋ ਤੁਹਾਡੀ ਫਾਈਲ ਚੱਕ ਕੇ ਅੱਗੇ ਦੇ ਰਿਹਾ ਉਹਨੂੰ ਵੀ ਨਹੀਂ ਪਤਾ ਤੁਹਾਡੀ ਫਾਈਲ ਨਾਲ ਹੋ ਕੀ ਰਿਹਾ।
ਉਹ ਇਹ ਦੇਖ ਰਿਹਾ, ਮੰਨ ਲਓ ਉਹਨੇ ਤੁਹਾਡਾ ਤੋਂ ਪੈਕੇਜ ਲੈ ਲਿਆ ਕਿ ਮੈਂ ਤੇਰਾ 10 ਲੱਖ 'ਚ ਕਰਾ ਦਾਂਗਾ, ਹੁਣ ਉਹ ਅੱਗੇ ਦੇਖ ਰਿਹਾ ਵੀ ਮੇਰਾ 5 'ਚ ਕੌਣ ਕਰਾ ਕੇ ਦਊਗਾ, ਉਹ ਅੱਛਾ ਉਹ ਆਪਣਾ ਪ੍ਰੋਫਿਟ ਦੇਖਦਾ। ਹਾਂ, ਉਹ ਡਾਇਰੈਕਟ, ਜਿੱਥੇ ਤੁਹਾਡਾ ਕੰਮ ਡਾਇਰੈਕਟ ਨਹੀਂ ਹੋਊਗਾ ਉੱਥੇ ਤੁਹਾਨੂੰ ਬਹੁਤ ਜ਼ਿਆਦਾ ਮੁਸੀਬਤ ਦਾ ਸਾਹਮਣਾ ਕਰਨਾ ਪਏਗਾ। ਉੱਥੇ ਫਿਰ ਤੁਹਾਨੂੰ ਪ੍ਰੋਪਰ ਇਨਫੋਰਮੇਸ਼ਨ ਆ ਉਹ ਤੁਹਾਡੇ ਤੱਕ ਜੋ ਹੈ ਉਹ ਪਾਸ ਔਨ ਨਹੀਂ ਹੋਏਗੀ, ਫਿਰ ਤੁਹਾਨੂੰ ਜੋ ਹੈ ਉਹ ਕੰਟਰੀ ਦਾ ਸੁਪਨਾ ਜੋ ਉਹ ਚੇਂਜ ਕਰਨਾ ਪੈਂਦਾ। ਸੋ ਬਿਲਕੁਲ ਜੀ, ਰਿਫਿਊਜ਼ਲ ਵਾਲੇ ਵੀ ਧਿਆਨ ਰੱਖਣ ਵੀ ਅੱਛਾ ਕਈਆਂ ਕੋਲ ਪੁਰਾਣੀ ਪ੍ਰੋਫਾਈਲ ਨਹੀਂ ਹੁੰਦੀ, ਪੁਰਾਣਾ ਫਾਰਮ ਹੀ ਨਹੀਂ ਹੁੰਦਾ, ਕੀ ਭਰਿਆ। ਕੈਪਸ ਨੋਟਸ ਇਜ਼ ਅ ਗੁੱਡ ਆਪਸ਼ਨ। ਕੈਪਸ ਨੋਟ ਹਾਂ, ਉਹ ਕਢਾਉਣਾ ਹੀ ਪੈਣਾ। ਜਦੋਂ ਮੇਰੇ ਕੋਲ ਬੱਚਾ ਆ ਗਿਆ, ਬੱਚੇ ਨੇ ਕਿਹਾ ਜੀ ਮੈਂ ਪਹਿਲੇ ਪੁੱਛਦਾ ਹਾਂ ਯਾਰ ਤੂੰ ਕਿੱਥੋਂ ਲਾਇਆ, ਪੈਕੇਜ ਲਾਇਆ, ਕੀ ਲਾਇਆ, ਉਹ ਤੋਂ ਗੱਲ ਸਮਝ ਆ ਜਾਂਦੀ ਹੈ ਕਿ ਇਹਨੂੰ ਕਿੰਨੀ ਕੁ ਇਨਫੋਰਮੇਸ਼ਨ ਪਤਾ ਆਪਣੇ ਬਾਰੇ, ਫਿਰ ਉਸ ਨੂੰ ਕਢਾਉਣਾ ਹੀ ਪੈਂਦਾ। ਨਹੀਂ ਤਾਂ ਫਿਰ ਪ੍ਰੋਬਲਮ ਇਹ ਆਉਂਦੀ ਹੈ ਕਿ ਉਹਨੂੰ ਠੀਕ ਹੈ, ਉਹਨੂੰ ਪਤਾ। ਬਹੁਤ ਵਾਰੀ ਤਾਂ ਮੈਂ ਦੇਖਿਆ ਕਿ ਰਿਫਿਊਜ਼ਲ ਲੈਟਰ ਹੀ ਗਲਤ ਹੈ। ਅੱਛਾ, ਉਹ ਫਾਈਲ ਹੀ ਨਹੀਂ ਅਪਲਾਈ ਰਿਫਿਊਜ਼ਲ ਵਿੱਚ ਕਾਰਨ ਕੋਈ ਹੋਰ ਆ ਔਰ ਦਿੱਤਾ ਕੁਝ ਹੋਰ ਆ। ਅੱਛਾ, ਰਿਫਿਊਜ਼ਲ ਹੀ ਦੂਜੀ ਦੇਤੀ ਕਿ ਜਰਨਲ ਰੀਜ਼ਨ। ਕਾਲ ਲੈਣੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਆਪਣੇ ਬ੍ਰਦਰ ਨੂੰ ਪੁੱਛਣਾ ਸੀਗਾ। ਜੀ ਮੈਮ ਪੁੱਛੋ ਜੀ। ਹਾਂਜੀ, ਉਹਨਾਂ ਨੇ ਐਕਚੁਅਲੀ ਪਲੱਸ 2 ਕੀਤੀ ਹੈ 2018 ਵਿੱਚ। ਤੇ 85% ਹੈ ਆਰਟਸ ਤੋਂ ਉਹਨਾਂ ਦੀ। ਜੀ ਹਾਂਜੀ, ਤੇ ਉਹਨਾਂ ਨੇ ਓਵਰਆਲ 6 ਬੈਂਡ ਹੈ, 2 ਮੋਡਿਊਲ ਤੋਂ 5.5 ਹੈ। ਯੂਕੇ ਨਹੀਂ ਕਰਨਾ ਸੀਗਾ। ਯੂਕੇ ਕਰਨਾ ਹੈ ਜੀ। ਜੀ ਹਾਂਜੀ, ਦੇਖੋ ਮੈਂ ਫਿਰ ਕਹਿ ਰਿਹਾ, ਯੂਕੇ ਇੱਕ ਐਜੀ ਡੈਸਟੀਨੇਸ਼ਨ ਹੈ ਇਸ ਸਮੇਂ ਜੋ ਤੁਹਾਨੂੰ ਸਾਰੀ ਚੀਜ਼ਾਂ ਤੁਹਾਡੀਆਂ ਫੁੱਲਫਿਲ ਕਰ ਰਹੀ ਹੈ। ਤੁਹਾਨੂੰ ਵੀਜ਼ਾ ਦੇ ਰਹੀ ਹੈ, ਤੁਹਾਨੂੰ ਟਰੈਵਲ ਦੇ ਰਹੀ ਹੈ, ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਬਹੁਤ ਵੱਡੀ ਪ੍ਰੋਬਲਮਸ ਜੋ ਹੈ ਨਹੀਂ ਹੈ ਇਸ ਸਮੇਂ ਫੇਸ ਹੋ ਰਹੀ ਜਦ ਤੋਂ ਦੁਬਾਰਾ ਟਰੈਵਲ ਸ਼ੁਰੂ ਹੋਇਆ। ਤਾਂ ਮੈਂ ਫਿਰ ਕਹਿਣਾ ਚਾਹੁੰਦਾ ਕਿ ਯੂਕੇ ਬੈਸਟ ਚੁਆਇਸ ਹੈ ਇਸ ਸਮੇਂ। ਉਹ ਬੱਚੇ ਜੋ ਬਹੁਤ ਜ਼ਿਆਦਾ ਜਿਨ੍ਹਾਂ 2-4 ਸਾਲ ਦਾ ਗੈਪ ਹੈ, ਕੋਈ ਬਹੁਤ ਜ਼ਿਆਦਾ ਜਸਟੀਫਿਕੇਸ਼ਨ, ਜਾਂ ਜਿਨ੍ਹਾਂ ਦੀ ਕਮਿਊਨੀਕੇਸ਼ਨ ਸਕਿੱਲ ਅੱਛੀ ਹੈ ਬਟ ਉਹ ਅਪ ਟੂ ਮਾਰਕ ਆਇਲਸ ਸਕੋਰ ਨਹੀਂ ਕਰ ਪਾ ਰਹੇ, ਉਹਨਾਂ ਲਈ ਦਾ ਬੈਸਟ ਸੋਲਿਊਸ਼ਨ ਹੈ। ਉਸ ਤੋਂ ਬਾਅਦ ਸਪਾਊਸ ਕੇਸਿਸ ਲਈ, ਕਿਉਂਕਿ ਇਹਦੇ ਵਿੱਚ ਤੁਹਾਡੀ ਫਾਈਲ ਇਕੱਠੀ ਲੱਗਣੀ ਹੈ, ਤੁਸੀਂ ਟਰੈਵਲ ਇਕੱਠੇ ਕਰਨਾ ਹੈ। ਤਾਂ ਅਗਰ ਤੁਸੀਂ ਸਪਾਊਸ ਹੋ, ਗ੍ਰੈਜੂਏਟ ਹੋ, ਤੁਹਾਡਾ ਬੱਚਾ ਹੈ ਨਾਲ, ਤਾਂ ਯੂਕੇ ਤੁਹਾਡੇ ਕੋਲ ਇਸ ਸਮੇਂ ਸਭ ਤੋਂ ਬੈਸਟ ਡੈਸਟੀਨੇਸ਼ਨ ਹੈ, ਕਿਉਂਕਿ ਯੂਕੇ ਤੁਹਾਨੂੰ ਵੀਜ਼ਾ ਵੀ ਦੇ ਰਿਹਾ ਔਰ ਤੁਸੀਂ ਟਰੈਵਲ ਵੀ ਕਰ ਪਾ ਰਹੇ ਹੋ। ਔਰ ਥਰੂ ਆਊਟ ਜਦ ਤੋਂ ਲੋਕਡਾਊਨ ਖੁੱਲਿਆ, ਯੂਕੇ ਜੋ ਹੈ ਉਹ ਬੈਸਟ ਰਿਜ਼ਲਟ ਦਿੱਤੇ ਇਸ ਸਮੇਂ ਤੱਕ, ਔਰ ਯੂਕੇ 'ਚ ਬੱਚੇ ਬਹੁਤ ਟਰੈਵਲ ਹੋਏ। ਜੀ ਬਿਲਕੁਲ ਜੀ, ਅਲੱਗ-ਅਲੱਗ ਪ੍ਰੋਫਾਈਲਸ ਨੇ, ਅਲੱਗ-ਅਲੱਗ ਸਵਾਲ ਤੁਸੀਂ ਕਰਦੇ ਹੋ। ਸਾਡਾ ਜਿਹੜਾ ਰੋਜ਼ ਦਾ ਉਪਰਾਲਾ ਇਹੀ ਰਹਿੰਦਾ ਵੀ ਆਪਣੇ ਐਕਸਪਰਟ ਨੂੰ ਤੁਹਾਡੇ ਅੱਗੇ ਰੂਬਰੂ ਕਰੀਏ। ਜ਼ਰੂਰੀ ਨਹੀਂ ਵੀ ਤੁਸੀਂ ਇੱਥੇ ਹੀ ਕਾਲ ਕਰਨਾ, ਤੁਸੀਂ ਇਹਨਾਂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ। ਤੁਸੀਂ ਇਹ ਕਾਲ ਦੇ ਜਿਹੜੇ ਨੰਬਰ 'ਤੇ ਵਟਸਐਪ ਵੀ ਕਰ ਸਕਦੇ ਹੋ, ਈਮੇਲ ਕਰ ਸਕਦੇ ਹੋ। ਕਈ ਬੱਚੇ ਹੁੰਦਾ ਵੀ ਦੂਰ ਨੇ, ਟਰੈਵਲ ਨਹੀਂ ਕਰਨਾ ਚਾਹੁੰਦੇ ਬਟ ਅਸੈਸਮੈਂਟ ਚਾਹੁੰਦੇ ਨੇ, ਆਪਣੀ ਆਪਸ਼ਨਸ ਚਾਹੁੰਦੇ ਨੇ। ਅੱਜ ਕੱਲ੍ਹ ਤਾਂ ਮੇਰੇ ਖਿਆਲ ਅਪਲਾਈ ਵੀ ਆਨਲਾਈਨ ਹੋ ਜਾਂਦਾ। ਬਿਲਕੁਲ, ਔਰ ਜੋ ਵੀ ਇਸ ਪ੍ਰੋਗਰਾਮ ਰਾਹੀਂ ਅਪਲਾਈ ਕਰਦਾ ਉਹ ਅਸੀਂ ਹਮੇਸ਼ਾ ਉਹਨਾਂ ਨਾਲ ਕਮਿਟਮੈਂਟ ਰਹਿੰਦੀ ਹੈ ਕਿ ਦੇਸ਼ ਪ੍ਰਦੇਸ਼ ਤੋਂ ਕੋਈ ਵੀ ਦੇਖ ਕੇ ਅਗਰ ਕਾਲ ਕਰਦਾ ਤਾਂ ਉਹਨੂੰ ਫ੍ਰੀ ਆਫ ਕਾਸਟ ਅਸੈਸਮੈਂਟ ਮਿਲਦੀ ਹੈ, ਉਹਨੂੰ ਪ੍ਰੋਪਰ ਦੱਸ ਦਿੰਦੇ ਹਾਂ, ਦੈਨ ਉਹਦਾ ਆਪਣਾ ਡਿਸੀਜ਼ਨ ਹੈ। ਬਟ ਉਹ ਇਹ ਨਹੀਂ ਹੈ ਕਿ ਉਹਨੂੰ ਆਉਣਾ ਹੀ ਪੈਣਾ, ਜਾਂ ਉਹਨੂੰ ਕਹਿ ਰਹੇ ਹਾਂ ਜੀ ਤੁਸੀਂ ਜੋ ਗੱਲ ਕਰਨੀ ਸਿਰਫ ਆ ਕੇ ਕਰੋ। ਯੂ ਸੈਂਡ ਯੂਰ ਡਾਕੂਮੈਂਟ, ਅਸੀਂ ਤੁਹਾਨੂੰ ਅਸੈਸਮੈਂਟ ਦੇ ਦਾਂਗੇ ਕਿ ਇਹ ਅਵੇਲੇਬਿਲਿਟੀ ਹੈ, ਇਹ ਮਈ ਵਾਸਤੇ ਹੈ, ਦੈਨ ਇਹ ਤੁਹਾਡਾ ਡਿਸੀਜ਼ਨ ਹੈ ਕਿ ਤੁਸੀਂ ਕਿਸ ਤਰੀਕੇ ਨਾਲ ਅਪਲਾਈ ਕਰਨਾ। ਕੈਨੇਡਾ ਲਈ ਇਨਟੇਕ ਦੀ ਆਪਸ਼ਨ ਮਈ ਜਾਂ ਸਤੰਬਰ? ਨਹੀਂ, ਮਈ ਵਿੱਚ ਬਹੁਤ ਸਾਰੇ ਕੋਰਸਿਸ ਹਾਲੇ ਹੈਗੇ ਆ, ਬਟ ਤੁਸੀਂ ਪਾਰਟਿਕੂਲਰ ਨਹੀਂ ਹੋ ਸਕਦੇ ਪ੍ਰੋਵਿੰਸ ਨੂੰ ਲੈ ਕੇ। ਸਿਲੈਕਸ਼ਨ ਆਫ ਸਿਟੀ ਜਾਂ ਸਟੇਟ ਨਹੀਂ ਹੋ ਸਕਦਾ। ਸਟੇਟ ਨਹੀਂ ਹੋ ਸਕਦੇ। ਅਗਰ ਤੁਸੀਂ ਉਸ ਗੱਲ ਨੂੰ ਲੈ ਕੇ ਹੋਵੋਗੇ ਫਿਰ ਤੁਸੀਂ ਸਤੰਬਰ ਤੱਕ ਜਾਣਾ ਪਏਗਾ, ਫਿਰ ਤੁਹਾਨੂੰ ਮਈ ਸ਼ਾਇਦ ਤੁਹਾਡੇ ਲਈ ਇੱਕ ਸੁਟੇਬਲ ਇਨਟੇਕ ਨਹੀਂ ਰਹੇਗਾ। ਤੇ ਆਸਟ੍ਰੇਲੀਆ ਨੂੰ ਲੈ ਕੇ ਭਾਜੀ ਕੀ ਕਹਿਣਾ? ਕਿ ਇਸ ਸਮੇਂ ਬੈਸਟ ਟਾਈਮ ਹੈ ਆਸਟ੍ਰੇਲੀਆ ਵੀਜ਼ਾ ਲੈਣ ਦਾ। ਅੱਛਾ, ਅਗਰ ਤੁਸੀਂ ਆਨਲਾਈਨ ਕਲਾਸਿਸ ਲਾਉਣੇ ਪੈਣੀ 100%। ਆਸਟ੍ਰੇਲੀਆ ਵਿੱਚ ਤਾਂ ਕਿੰਤੂ ਪਰੰਤੂ ਹੈ ਹੀ ਨਹੀਂ, ਤੁਸੀਂ ਸਿਸਟਮ ਨੂੰ ਬ੍ਰੇਕ ਹੀ ਨਹੀਂ ਕਰ ਸਕਦੇ। ਆਸਟ੍ਰੇਲੀਆ ਤਾਂ ਬਹੁਤ ਪਾਰਟਿਕੂਲਰ ਹੈ ਚੀਜ਼ਾਂ ਨੂੰ ਲੈ ਕੇ। ਇਸ ਸਮੇਂ ਹਾਂ 5.5 ਬੈਂਡ ਹੈ, ਕੋਈ ਨਹੀਂ ਵੀਜ਼ਾ ਦੇ ਰਿਹਾ, ਆਸਟ੍ਰੇਲੀਆ ਵੀਜ਼ਾ ਦੇ ਰਿਹਾ, ਬਟ ਇਹ ਨਹੀਂ ਹੈ ਫਿਰ ਆਨਲਾਈਨ ਕਲਾਸਿਸ ਨਹੀਂ ਲਾਉਂਗੇ, ਫੰਡਸ ਨਾਲ ਟੈਂਪਰਿੰਗ ਕਰੋਗੇ, ਇਹ ਸਾਰੀ ਚੀਜ਼ ਕਰੋਗੇ, ਫਿਰ ਤੁਹਾਡੀ ਆਸਟ੍ਰੇਲੀਆ ਫੀਸ ਜੋ ਹੈ ਉਹ ਵਾਪਸ ਨਹੀਂ ਆਊਗੀ, ਫਿਰ ਤੁਹਾਨੂੰ ਪ੍ਰੋਬਲਮ ਆਊਗੀ ਜੀ। ਸੋ ਮੈਂ ਇੱਥੇ ਆਪਣੀ ਟੈਕਨੀਕਲ ਟੀਮ ਨੂੰ ਇੱਕ ਬੇਨਤੀ ਕਰੂੰਗਾ ਜੀ, ਸਾਡੇ ਆਏ ਐਕਸਪਰਟ ਦੀ ਟੀਮ ਵੱਲੋਂ ਜਿਹੜੇ ਵੀਜ਼ੇ ਲਵਾਏ ਜਾ ਚੁੱਕੇ ਨੇ, ਜਿਹੜੇ ਸਟੂਡੈਂਟਸ ਇਹਨਾਂ ਦੁਆਰਾ ਸਰਵਿਸਿਜ਼ ਲੈ ਚੁੱਕੇ ਨੇ, ਉਹਨਾਂ ਦਾ ਐਕਸਪੀਰੀਅੰਸ ਕੀ ਰਿਹਾ, ਉਹ ਸੈਟਿੰਗ ਅਬਰੋਡ ਤੋਂ ਕਿੰਨੇ ਕੁ ਸੰਤੁਸ਼ਟ ਨੇ, ਕੀ ਉਹ ਕਹਿਣਾ ਚਾਹੁੰਦੇ ਨੇ, ਆਓ ਉਹਨਾਂ ਨੂੰ ਮਿਲ ਕੇ ਜਾਣਦੇ ਹਾਂ। ਮਾਈ ਨੇਮ ਇਜ਼ ਲਵਪ੍ਰੀਤ ਕੌਰ ਤੇ ਮੈਂ ਆਪਣੀ ਬੀਟੈਕ 2018 ਵਿੱਚ ਪਾਸ ਆਊਟ ਕੀਤੀ। ਉਸ ਤੋਂ ਬਾਅਦ ਮੈਂ ਆਇਲਸ ਕੀਤੀ, ਜਿਹਦੇ ਵਿੱਚੋਂ ਮੇਰੇ ਓਵਰਆਲ 6 ਤੇ ਇੱਕ ਮੋਡਿਊਲ ਵਿੱਚੋਂ 5.5 ਬੈਂਡ ਸੀ। ਉਸ ਤੋਂ ਬਾਅਦ ਮੈਂ ਕਿਸੇ ਹੋਰ ਏਜੰਟ ਕੋਲੋਂ ਫਾਈਲ ਅਪਲਾਈ ਕੀਤੀ ਬਟ ਮੇਰਾ ਕੇਸ ਰਿਫਿਊਜ਼ ਹੋ ਗਿਆ। ਐਂਡ ਉਸ ਤੋਂ ਬਾਅਦ ਮੈਂ ਇੱਕ ਦਿਨ ਟੀਵੀ 'ਚ ਸੈਟਲਿੰਗ ਅਬਰੋਡ ਦੀ ਐਡ ਦੇਖੀ ਤੇ ਉਸ ਤੋਂ ਬਾਅਦ ਮੈਂ ਇੱਥੇ ਵਿਜ਼ਿਟ ਕੀਤਾ ਤੇ ਪ੍ਰਿੰਕਾ ਮੈਮ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ ਤੇ ਉਸ ਤੋਂ ਬਾਅਦ ਮੇਰਾ ਵੀਜ਼ਾ ਆ ਗਿਆ।
ਸਤਿ ਸ਼੍ਰੀ ਅਕਾਲ, ਮੇਰਾ ਨਾਮ ਹਰਮਨ ਸਿੰਘ ਆ। ਮੈਂ ਅਹਿਮਦਗੜ੍ਹ ਮੰਡੀ ਦਾ ਰਹਿਣ ਵਾਲਾ ਹਾਂ। ਲਾਸਟ ਈਅਰ ਮੇਰੀ ਵਾਈਫ ਨੇ ਵੀਜ਼ਾ ਗੋਲਡ ਕੀਤਾ ਸੀ। ਦੈਨ ਉਦੋਂ ਬਾਅਦ ਚੋਂ ਕੋਵਿਡ ਕਰਕੇ ਮੈਨੂੰ ਥੋੜ੍ਹੀ ਜਿਹੀ ਪ੍ਰੋਬਲਮ ਆਈ। ਉਸ ਤੋਂ ਬਾਅਦ ਮੈਂ ਟੀਵੀ ਤੇ ਸ਼ੋਅ ਚੱਲ ਰਿਹਾ ਸੀਗਾ ਸੈਟਲਿੰਗ ਅਬਰੋਡ ਦਾ, ਮੈਂ ਤਾਂ ਉਹ ਤੋਂ ਅੱਛਾ ਕੀਤਾ। ਦੈਨ ਉਦੋਂ ਬਾਅਦ 'ਚ ਮੇਰੀ ਗੱਲ ਅਮਨ ਸਰ ਨਾਲ ਹੋਈ ਅਤੇ ਉਸ ਤੋਂ ਬਾਅਦ ਅਮਨ ਸਰ ਨੇ ਮੈਨੂੰ ਵਧੀਆ ਗਾਈਡ ਕੀਤਾ। ਉਸ ਤੋਂ ਬਾਅਦ ਇਹਨਾਂ ਦੀ ਪ੍ਰੋਸੈਸਿੰਗ ਹੋ ਗਿਆ। ਦੈਨ ਵਿਦਿਨ 1 ਮੰਥ ਦੇ ਵਿੱਚ ਮੇਰਾ ਵੀਜ਼ਾ ਆ ਗਿਆ। ਦੈਨ ਆਈ ਐਮ ਵੈਰੀ ਹੈਪੀ। ਥੈਂਕ ਯੂ ਅਮਨ ਸਰ। ਮੇਰਾ ਨਾਮ ਰਜਨੀਸ਼ ਸ਼ਰਮਾ ਹੈ। ਮੈਂ ਹਿਮਾਚਲ ਦੀ ਉਹਨਾਂ ਦੀ ਰਹਿਣ ਵਾਲੀ ਹਾਂ। ਮੇਰੇ ਬੇਟੇ ਦੀ ਮੈਰਿਜ 2018 ਦੇ ਵਿੱਚ ਹੋਈ ਸੀ। ਮੇਰੀ ਬੇਟੀ ਬਹੁਤ ਦੀ ਇੱਛਾ ਸੀਗੀ ਕਿ ਮੈਂ ਯੂਕੇ ਦੇ ਵਿੱਚ ਸਟੱਡੀ ਕਰਨੀ ਹੈ ਅਤੇ ਉੱਥੇ ਸੈਟਲ ਹੋਣਾ ਹੈ। ਅਤੇ ਇਸੇ ਕਰਕੇ ਤੇ ਫਿਰ ਅਸੀਂ ਟੀਵੀ ਦੇ ਵਿੱਚ ਨਾ ਸੈਟਲਿੰਗ ਪ੍ਰੋਗਰਾਮ ਦੀ ਐਡ ਪੜ੍ਹੀ ਸੀ। ਅਸੀਂ ਫਿਰ ਆ ਕੇ ਇਹਨਾਂ ਨੂੰ ਮਿਲਣ ਤੋਂ ਬਾਅਦ ਕਾਫੀ ਅੱਛੀ ਤਰ੍ਹਾਂ ਨਾਲ ਸਾਨੂੰ ਗਾਈਡ ਕੀਤਾ, ਦੱਸਿਆ। ਫਿਰ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਜੋ ਇਹਨਾਂ ਨੇ ਡਾਕੂਮੈਂਟਸ ਮੰਗੇ, ਜਿਸ ਤਰ੍ਹਾਂ ਦੇ ਮੰਗੇ ਸੀ ਉਸ ਤਰ੍ਹਾਂ ਸਾਰੇ ਪੂਰੇ ਡਾਕੂਮੈਂਟ ਦੇ ਕੇ ਅਤੇ ਮੇਰੀ ਬੇਟੀ ਦਾ ਵੀਜ਼ਾ ਆ ਗਿਆ। ਅਤੇ ਵੀਜ਼ੇ ਤੋਂ ਬਾਅਦ ਮੇਰੇ ਬੇਟੇ ਦਾ ਰਹਿ ਗਿਆ ਸੀਗਾ ਅਤੇ ਫਿਰ ਅੱਜ ਉਹਨਾਂ ਦੇ ਬੇਟੇ ਦਾ ਵੀ ਵੀਜ਼ਾ ਲੱਗ ਗਿਆ ਅਤੇ ਉਹ ਵੀ ਜਾ ਰਹੀ ਹੈ। ਮੈਂ ਬਹੁਤ ਖੁਸ਼ ਹਾਂ। ਸੀਗੇ ਜੀ ਕੋਈ ਸਟੂਡੈਂਟ ਜਿਨ੍ਹਾਂ ਨੇ ਆਪਣਾ ਐਕਸਪੀਰੀਅੰਸ ਸਾਂਝਾ ਕੀਤਾ। ਸੋ ਕੋਸ਼ਿਸ਼ ਕੀਤੀ ਹੈ ਜੀ ਅੱਜ ਦੇ ਸ਼ੋਅ ਦੇ ਵਿੱਚ ਜਿੰਨੀ ਵੱਧ ਤੋਂ ਵੱਧ ਜਾਣਕਾਰੀ ਤੁਹਾਡੇ ਲਈ ਪਹੁੰਚਾ ਪਾਈਏ। ਉਮੀਦ ਕਰਦੇ ਹਾਂ ਅੱਜ ਦੇ ਜਿਹੜੇ ਸਵਾਲ ਲਏ, ਜਿਹੜੇ ਅਸੀਂ ਜਵਾਬ ਆਪਣੇ ਐਕਸਪਰਟ ਦੇ ਥਰੂ ਲੈ ਕੇ ਤੁਹਾਨੂੰ ਦਿੱਤੇ, ਉਹ ਤੁਹਾਡੇ ਲਈ ਲਾਹੇਵੰਦ ਹੋਣਗੇ। ਇਸ ਤੋਂ ਇਲਾਵਾ ਜਿਵੇਂ ਗੌਰਵ ਜੀ ਨੇ ਕਿਹਾ, ਤੁਸੀਂ ਇਹਨਾਂ ਤੱਕ ਆਪਣਾ ਅਪਰੋਚ ਕਰ ਦਿਓ ਤਾਂ ਫ੍ਰੀ ਆਫ ਕਾਸਟ ਕਾਉਂਸਲਿੰਗ ਆਪਸ਼ਨਸ ਤੁਹਾਨੂੰ ਦੱਸ ਦਿੱਤੀਆਂ ਜਾਣਗੀਆਂ। ਗੌਰਵ ਜੀ, ਸ਼ੋਅ 'ਚ ਆਉਣ ਲਈ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਧੰਨਵਾਦ ਸਾਰੇ ਦਰਸ਼ਕਾਂ ਦਾ। ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ ਜੀ। ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।